Good morning, students. This is your syllabus for the English and Communication Skills 2, which is meant for the diploma courses. Diploma courses semester 2, which can be of mechanical engineering or computer science and engineering semester 2. So this is your syllabus and you can download it from the TechCAD website. In the syllabus we have these detailed contents, and the first part you can see is the functional grammar and vocabulary, which comes in exam under the title of "Do as directed," or you can say it is grammar. So in the syllabus we have 6 chapters or 6 sections in the grammar part. The first section is one word substitution. The second is list of words misspelled. Third, prefixes and suffixes. Then punctuation, narration, idiom and phrases. So today we'll see punctuation. These are some multiple choice questions from the book you know by the name of Eagles English and Communication Skill 2. So the book have 26 multiple choice question that we will be attempting in this lecture. So the first question is, in 2 hours I finished the book, said I. As you can see, there are 4 options in for the ਤਾਂ ਹੁਣ ਆਪਾਂ ਇਹਨਾਂ ਚਾਰੇ ਆਪਸ਼ਨਾਂ ਚੋਂ ਕੱਲਾ ਕੱਲਾ ਵਰਡ ਕਰਦੇ ਜਾਵਾਂਗੇ ਅੱਗੇ ਨੂੰ, ਤਾਂ ਦੇਖਾਂਗੇ ਵੀ ਇੱਥੇ ਕੀ ਗਲਤੀ ਹੈ ਤੇ ਕੀ ਸਹੀ ਹੈ। ਤਾਂ ਹੀ ਆਪਣਾ ਨੂੰ ਇਹਨਾਂ ਚਾਰੇ ਆਪਸ਼ਨਾਂ ਦਾ ਕੰਪੈਰੀਜ਼ਨ ਕਰਕੇ ਸਹੀ ਉੱਤਰ ਲੱਭਣ ਦੇ ਵਿੱਚ ਆਸਾਨੀ ਹੋਊਗੀ। ਤਾਂ ਫਿਰ ਹੀ ਆਪਾਂ ਨੂੰ ਪਤਾ ਲੱਗੂਗਾ ਵਿਚ ਵਿਲ ਬੀ ਦ ਬੈਸਟ ਪੋਸੀਬਲ ਚੋਇਸ ਫॉर ਕਰੈਕਟ ਆਂਸਰ। तो सब तो पहला आप ये वेखते हैं कि सारे ही सेंटेंस है जिहड़े वो इनवर्टेड कॉमियां तो शुरू हो रहे हैं। तो फिर तो ये कोई रौला ही है नहीं, क्योंकि सारे ही जिहड़ी ऑप्शन है वो इनवर्टेड कॉमियां तो जो शुरू हो रही हैं, तो इन्हां चों डिसाइड करना औखा है भी किहड़ा सही है किहड़ा गलत है। ਜਾਂ ਦੂਜੇ ਤਰੀਕੇ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਨਵਰਟਡ ਕਾਮੇ ਲੱਗਣੇ ਜ਼ਰੂਰੀ ਨੇ। ਤਾਂ ਇਸ ਤੋਂ ਬਾਅਦ ਕੀ ਹੈ, ਇਨਵਰਟਡ ਕਾਮੇ ਤੋਂ ਮਗਰੋਂ ਜਿਹੜੀ ਇਨ ਹੈ, ਉੱਪਰ ਤੁਸੀਂ ਵੇਖੋਗੇ ਜਿਹੜੀ ਇਨ ਹੈ ਉਹਦੀ ਆਈ ਹੈ ਛੋਟੀ, ਅਤੇ ਸਾਰੀਆਂ ਆਪਸ਼ਨਾਂ ਜਿਹੜੀਆਂ ਇਹਨਾਂ ਦੇ ਵਿੱਚ ਇਨ ਦੀ ਆਈ ਕੈਪੀਟਲ ਕੀਤੀ ਹੋਈ ਹੈ, ਵੱਡੀ ਕੀਤੀ ਹੋਈ ਹੈ। ਤਾਂ ਇਹ ਉਹੀ ਸਿੰਪਲ ਜਿਹਾ ਰੂਲ ਲੱਗਦਾ ਵੀ ਜਦੋਂ ਕੋਈ ਵੀ ਸੈਂਟੈਂਸ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਅੱਖਰ ਹੈ ਉਹ ਆਪਾਂ ਕੈਪੀਟਲ ਰੱਖਣਾ ਹੁੰਦਾ ਹੈ, ਜਾਣੀ ਕਿ ਵੱਡਾ ਅੱਖਰ ਰੱਖਣਾ ਹੁੰਦਾ ਹੈ। ਤਾਂ ਇਹ ਵੀ ਸਾਰਿਆਂ ਦਾ ਹੀ ਸਹੀ ਹੈ। ਅਤੇ ਇਸ ਤੋਂ ਬਾਅਦ ਆਉਂਦਾ ਹੈ ਟੂ, ਜਿਹੜਾ ਕਿ ਸਾਰਿਆਂ ਦਾ ਕਾਮਨ ਹੈ, ਇਹਦੇ 'ਚ ਕੋਈ ਫਰਕ ਨਹੀਂ। ਉਸ ਤੋਂ ਮਗਰੋਂ ਹੈ ਆਵਰਸ, ਆਰਸ। ਤਾਂ ਆਰ
ਬੀ ਸੀ ਅਤੇ ਡੀ ਦਾ ਆਵਰਸ ਸਮੋਲ ਹੈ ਅਤੇ ਏ ਦਾ ਆਵਰਸ ਦੀ ਐਚ ਵੱਡੀ ਕੀਤੀ ਹੋਈ ਹੈ। ਤਾਂ ਹੁਣ ਆਪਾਂ ਇਹ ਵੇਖਣਾ ਕਿ ਇਹ ਐਚ ਵੱਡੀ ਹੋਣੀ ਵੀ ਹੈ ਕਿ ਨਹੀਂ ਹੋਣੀ। ਤਾਂ ਜਿਹੜੇ ਵੱਡੇ ਅੱਖਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕੈਪੀਟਲ ਕਹਿ ਦਿੰਦੇ ਹਾਂ, ਇਹਨਾਂ ਦਾ ਇੱਕ ਸਿੰਪਲ ਜਿਹਾ ਰੂਲ ਹੁੰਦਾ ਹੈ, ਜਾਂ ਤਾਂ ਇਹ ਉਦੋਂ ਵੱਡੇ ਹੁੰਦੇ ਆ ਜਦੋਂ ਕੋਈ ਸੈਂਟੈਂਸ ਸ਼ੁਰੂ ਹੋ ਰਿਹਾ ਹੋਵੇ। ਜਿਵੇਂ ਆਪਾਂ ਵੇਖਿਆ ਕਿ ਇਨ ਦੇ ਵਿੱਚ ਸੈਂਟੈਂਸ ਸ਼ੁਰੂ ਹੋ ਰਿਹਾ ਤਾਂ ਸਾਰੀਆਂ ਆਪਸ਼ਨਾਂ ਦੇ ਵਿੱਚ ਆਈ ਵੱਡੀ ਕੀਤੀ ਹੋਈ ਹੈ। ਤਾਂ ਦੂਜੀ ਜਿਹੜੀ ਇਹਦੀ ਪੋਸੀਬਿਲਿਟੀ ਹੁੰਦੀ ਹੈ ਕੈਪੀਟਲ ਹੋਣ ਦੀ, ਉਹ ਹੁੰਦੀ ਹੈ ਨੇਮ। ਕਿਸੇ ਵੀ ਚੀਜ਼ ਦਾ ਨੇਮ ਹੈ, ਭਾਵੇਂ ਜਿਉਂਦੀ ਚੀਜ਼ ਦਾ ਨੇਮ ਹੈ, ਭਾਵੇਂ ਕਿਸੇ ਨੌਨ ਲਿਵਿੰਗ ਚੀਜ਼ ਜਾਂ ਮਰੀ ਹੋਈ ਚੀਜ਼ ਦਾ ਨੇਮ ਹੈ, ਉਹਦਾ ਪਹਿਲਾ ਅੱਖਰ ਕੈਪੀਟਲ ਆਉਣਾ ਹੁੰਦਾ ਹੈ। ਠੀਕ ਹੈ, ਆਮ ਤੌਰ 'ਤੇ ਇਹੀ ਰੂਲ ਹੁੰਦੇ ਨੇ। ਜੇ ਕੁਛ ਹੋਰ ਰੂਲ ਹੁੰਦੇ ਨੇ ਉਹ ਆਪਾਂ ਆਉਂਦੇ ਆਉਂਦੇ ਸਮਝ ਜਾਵਾਂਗੇ, ਹੈ ਨਾ। ਹੁਣ ਮੈਂ ਤੁਹਾਨੂੰ ਇਸ ਤੋਂ ਜ਼ਿਆਦਾ ਕਨਫਿਊਜ਼ ਕਰਨਾ ਨਹੀਂ ਚਾਹੁੰਦਾ। ਸੋ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਥੇ ਆਰ ਹੈ ਉਹ ਸੈਂਟੈਂਸ ਦਾ ਪਹਿਲਾ ਸ਼ਬਦ ਹੈ, ਜਾਂ ਉਹ ਕਿਸੇ ਚੀਜ਼ ਦਾ ਨਾਮ ਹੈ? ਨਾ ਤਾਂ ਇਹ ਸੈਂਟੈਂਸ ਦਾ ਪਹਿਲਾ ਅੱਖਰ ਹੈ ਅਤੇ ਨਾ ਹੀ ਆਰ ਕੋਈ ਨਾਮ ਹੁੰਦਾ ਹੈ। ਇਸ ਕਰਕੇ ਜਿਹੜਾ ਕੈਪੀਟਲ ਵਾਲਾ ਐਚ ਹੈ ਉਹ ਸਹੀ ਨਹੀਂ ਹੈ, ਉਹ ਗਲਤ ਹੈ। ਤਾਂ ਪਹਿਲੀ ਆਪਸ਼ਨ ਤਾਂ ਆਪਾਂ ਇੱਥੋਂ ਹੀ ਨਕਾਰ ਦਿੱਤੀ। ਅਤੇ ਹੁਣ ਆਪਾਂ ਬਾਕੀ ਦੀਆਂ ਆਪਸ਼ਨਾਂ ਦੇ ਵਿੱਚ ਵੇਖਣਾ ਵੀ ਅੱਗੇ ਕੀ ਹੋਈ ਜਾ ਰਿਹਾ। ਸੌਰੀ, ਆਵਰਸ ਤੋਂ ਬਾਅਦ ਤੁਸੀਂ ਵੇਖਦੇ ਹੋ ਕਿ ਬੀ ਨੇ ਕੌਮਾ ਨਹੀਂ ਲਾਇਆ, ਸੀ ਨੇ ਲਗਾਇਆ ਕੌਮਾ ਅਤੇ ਡੀ ਨੇ ਵੀ ਕੌਮਾ ਨਹੀਂ ਲਗਾਇਆ। ਇਹ ਤਾਂ ਆਪਾਂ ਨਕਾਰਤੀ, ਏ ਨੂੰ ਆਪਾਂ ਹੁਣ ਕੰਸੀਡਰ ਨਹੀਂ ਕਰਾਂਗੇ। ਸੋ ਹੁਣ ਆਪਾਂ ਇਹ ਵੇਖਣਾ ਕਿ ਬੀ, ਸੀ ਅਤੇ ਡੀ ਦੇ ਵਿੱਚ ਕਿਹੜਾ ਸਹੀ ਹੈ। ਵੈਸੇ ਤਾਂ ਪਹਿਲਾਂ ਆਪਾਂ ਕੌਮਾ ਵੇਖਦੇ ਹਾਂ। ਕੁਛ ਜਿਹੜੇ ਸਟੂਡੈਂਟ ਆ ਉਹ ਥੋੜ੍ਹੇ ਕਾਹਲੇ ਹੁੰਦੇ ਨੇ, ਉਹ ਬੜੀ ਜਲਦੀ ਨਾਲ ਸਾਰਾ ਸੈਂਟੈਂਸ ਵੇਖ ਲੈਂਦੇ ਨੇ ਅਤੇ ਉਹਨਾਂ ਨੂੰ ਬੜੀ ਜਲਦੀ ਨਾਲ ਹੀ ਪਤਾ ਲੱਗ ਜਾਂਦਾ ਹੈ। ਜਿਵੇਂ ਕਿ ਸੀ ਦੇ ਵਿੱਚ ਇਹ ਆਈ ਹੈ ਜਿਹੜੀ ਉਹ ਕੈਪੀਟਲਾਈਜ਼ ਕੀਤੀ ਗਈ ਹੈ। ਆਈ ਜਦੋਂ ਉਹਦਾ ਮਤਲਬ ਹੋਵੇ ਮੈਂ, ਉਹ ਹਮੇਸ਼ਾ ਕੈਪੀਟਲਾਈਜ਼ ਕੀਤੀ ਜਾਂਦੀ ਹੈ। ਠੀਕ ਹੈ, ਹੁਣ ਜਿਹੜੇ ਲੋਕ ਕਾਲੇ ਨੇ ਉਹ ਤਾਂ ਸਿੱਧੇ ਹੀ ਸੀ ਨੂੰ ਟਿਕ ਕਰ ਦੇਣਗੇ, ਭਾਵੇਂ ਕਿ ਉਹ ਸਹੀ ਹੈ। ਫਿਰ ਵੀ ਆਪਾਂ ਨੂੰ ਇਹ ਰੂਲ ਦਾ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਮੈਂ ਕੌਮੇ ਦੀ ਗੱਲ ਕਰ ਰਿਹਾ ਉਹ ਕੌਮਾ ਕਿਉਂ ਆਇਆ ਜਾਂ ਕਿਉਂ ਨਹੀਂ ਆਇਆ। ਠੀਕ ਹੈ ਜੀ, ਕੌਮੇ ਦਾ ਜਿਹੜਾ ਇੱਥੇ ਆਉਣ ਦਾ ਰੀਜ਼ਨ ਹੈ ਉਹ ਇਹ ਹੈ ਕਿ ਇੰਗਲਿਸ਼ ਦੇ ਵਿੱਚ ਜਿਹੜਾ ਸਿੰਟੈਕਸ ਹੁੰਦਾ ਹੈ ਬਣਤਰ। ਬਣਤਰ ਮਤਲਬ ਇੱਕ ਸੈਂਟੈਂਸ ਦੀ ਬਣਤਰ, ਇੱਕ ਵਾਕ ਕਿਵੇਂ ਬਣਦਾ ਹੈ, ਉਹ ਕੀ ਹੁੰਦਾ ਹੈ। ਇੰਗਲਿਸ਼ ਦੇ ਵਿੱਚ ਸਿੰਟੈਕਸ ਕੀ ਹੁੰਦਾ ਹੈ? ਤਾਂ ਇੰਗਲਿਸ਼ ਦੇ ਸਿੰਟੈਕਸ ਦੇ ਵਿੱਚ ਕੀ ਆਉਂਦਾ? ਸਭ ਤੋਂ ਪਹਿਲਾਂ ਆਉਂਦਾ ਹੈਗਾ ਨਾਊਨ, ਸਬਜੈਕਟ ਜਿਹਨੂੰ ਕਹਿ ਦਿੰਦੇ ਆਪਾਂ। ਫਿਰ ਆਉਂਦਾ ਹੈ ਹੈਲਪਿੰਗ ਵਰਬ। ਫਿਰ ਆਉਂਦਾ ਹੈ ਵਰਬ। ਹੈਲਪਿੰਗ ਵਰਬ 'ਚ ਇਹ ਦੱਸਣਾ ਜ਼ਰੂਰੀ ਹੈ ਕਿ ਹਰ ਇੱਕ ਸ਼ਬਦ ਦੇ ਹਰ ਇੱਕ ਵਾਕ ਦੇ ਵਿੱਚ ਹੈਲਪਿੰਗ ਵਰਬ ਨਹੀਂ ਹੁੰਦਾ। ਜਿਵੇਂ ਕਿ ਜਿਹੜੇ ਪ੍ਰੈਜੈਂਟ ਇੰਡੈਫੀਨਿਟ ਅਤੇ ਪਾਸਟ ਇੰਡੈਫੀਨਿਟ ਹੁੰਦੇ ਆ, ਉਹਨਾਂ ਦੇ ਜਿਹੜੇ ਪੋਜ਼ੀਟਿਵ ਸੈਂਟੈਂਸ ਹੁੰਦੇ ਆ ਉਹਨਾਂ ਵਿੱਚ ਆਮ ਤੌਰ 'ਤੇ ਹੈਲਪਿੰਗ ਵਰਬ ਨਹੀਂ ਆਉਂਦਾ। ਅਤੇ
ਇੱਕ ਇੰਗਲਿਸ਼ ਦੇ ਸਿੰਟੈਕਸ ਸਭ ਤੋਂ ਪਹਿਲਾਂ ਹੁੰਦਾ ਹੈ ਸਬਜੈਕਟ, ਫਿਰ ਹੈਲਪਿੰਗ ਵਰਬ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ। ਤੀਜੇ ਨੰਬਰ 'ਤੇ ਹੈਗਾ ਵਰਬ, ਜਿਹੜਾ ਕਿ ਆਮ ਤੌਰ 'ਤੇ ਹੁੰਦਾ ਹੀ ਹੈ। ਫਿਰ ਉਸ ਤੋਂ ਬਾਅਦ ਆਉਂਦਾ ਹੈ ਆਬਜੈਕਟ। ਤਾਂ ਇਹ ਜਿਹੜਾ ਸਿੰਟੈਕਸ ਹੈ ਇਹ ਹੋਣਾ ਲਾਜ਼ਮੀ ਹੈ। ਹੁਣ ਜੇ ਤੁਸੀਂ ਸਾਰਾ ਸੈਂਟੈਂਸ ਪੜ੍ਹੋ ਇੱਥੋਂ ਤੱਕ, ਜਾਣੀ ਕਿ ਇਨ 2 ਆਵਰਸ ਤੋਂ ਲੈ ਕੇ ਆਈ ਫਿਨਿਸ਼ ਦਾ ਬੁੱਕ ਤੱਕ, ਤਾਂ ਇਹਦੇ ਵਿੱਚ ਸਬਜੈਕਟ ਕਿਹੜਾ ਹੈ? ਸਬਜੈਕਟ ਮਤਲਬ ਜਿਹੜਾ ਪਰਸਨ ਕੰਮ ਕਰ ਰਿਹਾ। ਜੇ ਆਪਾਂ ਇਹਦੀ ਪੰਜਾਬੀ ਬਣਾਈਏ, 2 ਘੰਟਿਆਂ ਵਿੱਚ ਮੈਂ ਕਿਤਾਬ ਖਤਮ ਕਰ ਲਈ ਜਾਂ ਪੜ੍ਹ ਲਈ, ਤਾਂ ਇਹ 'ਚ ਸਬਜੈਕਟ ਜਾਂ ਕਰਤਾ ਜਾਂ ਕੰਮ ਕਰਨ ਵਾਲਾ ਕੌਣ ਆ? ਮੈਂ। ਤਾਂ ਹੁਣ ਇਹਦਾ ਜਿਹੜਾ ਸਬਜੈਕਟ ਆ ਉਹ ਕਿਤੇ ਵਿਚਾਲੇ ਜੇ ਗਿਆ ਹੋਇਆ ਹੈ, ਇਨ 2 ਆਵਰਸ ਤੋਂ ਬਾਅਦ ਆਇਆ ਹੋਇਆ ਹੈ, ਜਿਹੜਾ ਕਿ ਸ਼ੁਰੂ ਹੋਣਾ ਚਾਹੀਦਾ ਸੀ ਆਈ ਤੋਂ। ਆਈ, ਫਿਰ ਫਿਨਿਸ਼ਡ ਹੋ ਗਈ ਵਰਬ, ਅਤੇ ਫਿਰ ਹੋ ਗਿਆ ਦ ਬੁੱਕ, ਹੋ ਗਿਆ ਆਬਜੈਕਟ। ਫਿਰ ਉਦੋਂ ਮਗਰੋਂ ਆਉਣਾ ਸੀ ਇਨ 2 ਆਵਰਸ, ਇਹ ਹੋ ਗਿਆ ਐਡਵਰਬ। ਠੀਕ ਹੈ। ਤਾਂ ਨੋਰਮਲ ਜਿਹੜਾ ਸੈਂਟੈਂਸ ਹੋਣਾ ਸੀਗਾ, ਆਈ ਫਿਨਿਸ਼ਡ ਦ ਬੁੱਕ ਇਨ 2 ਆਵਰਸ। ਮੈਂ ਇੱਥੇ ਇੱਕ ਵਾਰੀ ਲਿਖ ਵੀ ਦਿੰਦਾ, ਜਿਹੜਾ ਸਹੀ ਇਹਦਾ ਫਾਰਮੈਟ ਹੋਣਾ ਸੀ ਉਹ ਸੀਗਾ I finished the book in 2 hours। ਮੈਂ 2 ਘੰਟਿਆਂ ਦੇ ਵਿੱਚ ਕਿਤਾਬ ਖਤਮ ਕਰ ਦਿੱਤੀ, ਜਾਂ ਮੈਂ 2 ਘੰਟਿਆਂ ਦੇ ਵਿੱਚ ਕਿਤਾਬ ਪੜ੍ਹ ਲਈ। ਤਾਂ ਜਿਹੜਾ ਸਹੀ ਸੈਂਟੈਂਸ ਆ ਉਹ ਹੈਗਾ, ਹੋਣਾ ਚਾਹੀਦਾ ਜਿਹੜਾ, ਉਹ ਹੈਗਾ ਆਈ ਫਿਨਿਸ਼ ਦਾ ਬੁੱਕ ਇਨ 2 ਆਵਰਸ। ਪਰ ਜੇ ਆਪਾਂ ਇਹਨਾਂ ਆਪਸ਼ਨਾਂ 'ਚ ਦੇਖੀਏ B C D ਦੇ ਵਿੱਚ, ਇਹਦਾ ਆਪਾਂ ਪਹਿਲੇ ਰਿਜੈਕਟ ਕਰ ਚੁੱਕੇ ਹਾਂ, ਤਾਂ ਉਹਦੇ ਵਿੱਚ ਕੀ ਹੋਇਆ ਹੋਇਆ ਕਿ ਇਹ ਜਿਹੜਾ ਬਾਅਦ ਵਿੱਚ ਆਉਣਾ ਚਾਹੀਦਾ ਇਨ 2 ਆਵਰਸ, ਇਹ ਚੱਕ ਕੇ ਆਈ ਦੇ ਅੱਗੇ ਕੀਤਾ ਹੋਇਆ। ਇਨ 2 ਆਵਰਸ ਆਈ ਫਿਨਿਸ਼ ਦਾ ਬੁੱਕ। ਤਾਂ ਹੁਣ ਆਪਾਂ ਇਹ ਜਾਣਨਾ ਹੈ ਕਿ ਇਹ ਜਦੋਂ ਆਪਾਂ ਕਿਸੇ ਗ੍ਰਾਮੈਟੀਕਲ ਸਿੰਟੈਕਸ ਨੂੰ ਹਿਲਾਉਣਾ ਤਾਂ ਉਹ ਕਿਵੇਂ ਹਿਲ ਸਕਦਾ। ਤਾਂ ਇਹ ਸਿੰਟੈਕਸ ਨੂੰ ਹਿਲਾਉਣ ਦਾ ਇੱਕੋ ਇੱਕ ਤਰੀਕਾ ਇਹੀ ਹੁੰਦਾ ਹੈ ਕਿ ਜੇ ਤੁਸੀਂ ਕੋਈ ਚੀਜ਼, ਕੋਈ ਸ਼ਬਦ ਸੈਂਟੈਂਸ ਦੇ ਹਿੱਸੇ ਵਿੱਚ ਪਿੱਛੋਂ ਤੋਂ ਚੱਕ ਕੇ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਉਹਨਾਂ ਦੇ ਬਾਅਦ ਵਿੱਚ ਕੌਮਾ ਆਉਂਦਾ, ਕੌਮਾ ਜ਼ਰੂਰ ਆਉਂਦਾ। ਅਤੇ ਹੁਣ ਤੁਸੀਂ ਇਹ ਵੇਖੋ ਕਿ ਜਦੋਂ ਇਹਨਾਂ ਤਿੰਨੇ ਸੈਂਟੈਂਸ B C ਅਤੇ D ਦੇ ਵਿੱਚ ਇਨ 2 ਆਵਰਸ ਅੱਗੇ ਚਲਾ ਗਿਆ, ਤਾਂ ਕੌਮਾ ਕਿਹੜੇ ਸੈਂਟੈਂਸ ਦੇ ਵਿੱਚ, ਕਿਹੜੀ ਆਪਸ਼ਨ ਦੇ ਵਿੱਚ ਆ ਰਿਹਾ। ਤਾਂ ਜੇ ਤੁਸੀਂ ਜਿਵੇਂ ਵੇਖ ਸਕਦੇ ਹੋ, ਇਹ ਸਿਰਫ C ਦੇ ਵਿੱਚ ਹੈ, ਤਾਂ ਇਹਦਾ ਮਤਲਬ ਹੋ ਗਿਆ C ਸਹੀ ਹੈ। ਠੀਕ ਹੈ। ਤਾਂ ਵੈਸੇ ਵੀ ਮੈਂ ਪਹਿਲਾਂ ਤੁਹਾਨੂੰ ਦੱਸਤਾ, ਇਸ ਦੇ ਵਿੱਚ ਆਈ ਹੈ ਜਿਹੜੀ, ਉਹ ਆਪਦੀ ਪ੍ਰੋਪਰ ਫਾਰਮ ਦੇ ਵਿੱਚ ਕੈਪੀਟਲ ਕੀਤੀ ਹੋਈ ਹੈ, ਅਤੇ ਉਹ B ਦੇ ਵਿੱਚ ਨਹੀਂ ਹੈਗੀ ਅਤੇ D ਦੇ ਵਿੱਚ ਹੈ ਨਹੀਂ। ਇਹਨੂੰ ਆਪਾਂ ਪਹਿਲੇ ਰਿਜੈਕਟ ਕਰਤਾ ਸੀ। ਇਹਦਾ ਮਤਲਬ ਸਹੀ ਆਪਸ਼ਨ ਤਾਂ ਹੈਗੀ ਆ C, ਪਰ ਫਿਰ ਵੀ ਆਪਾਂ ਬਾਕੀ ਦੇ ਜਿਹੜੇ ਹਿੱਸੇ ਆ ਉਹ ਆਪਾਂ ਦੇਖਣੇ ਆ ਕਿ ਸੈਂਟੈਂਸ ਦੇ ਵਿੱਚ ਬਾਕੀ ਕੀ ਸਹੀ ਹੈ ਅਤੇ ਕੀ ਗਲਤ ਹੈ। ਤਾਂ B C ਅਤੇ D ਦੇ ਵਿੱਚ ਆਪਾਂ ਅੱਗੇ ਜਾਂਦੇ ਹਾਂ, ਤਾਂ ਆਈ ਤੋਂ ਬਾਅਦ ਕੀ ਆਉਂਦਾ ਹੈ? ਫਿਨਿਸ਼ਡ ਕਾਮਨ ਹੈ, ਦਾ ਵੀ ਕਾਮਨ ਹੈ, ਅਤੇ ਫਿਰ ਆ ਗਿਆ ਬੁੱਕ। ਇਹ ਬੁੱਕ B ਦੇ ਵਿੱਚ ਬੁੱਕ ਦੀ ਜਿਹੜੀ
B है वो कैपिटल कीती हुई आ ਤੇ C ਤੇ D ਦੇ ਵਿੱਚ ਸਮੋਲ ਹੈ। E ਦੇ ਵਿੱਚ ਵੀ ਵੈਸੇ ਉਹ ਸਮੋਲ ਹੀ ਸੀ। ਤਾਂ ਆਮ ਤੌਰ 'ਤੇ ਜਦੋਂ ਆਪਾਂ ਕਿਸੇ ਕਿਤਾਬ ਦੀ ਗੱਲ ਕਰਦੇ ਹਾਂ, ਕਿਸੇ ਆਮ ਕਿਤਾਬਾਂ ਦੀ ਗੱਲ ਕਰਦੇ ਹਾਂ, ਆਮ ਜਾਂ ਖਾਸ ਕਿਤਾਬਾਂ ਵੀ, ਤਾਂ ਉਹਦੇ ਵਿੱਚ ਹਮੇਸ਼ਾ B ਹੈ ਜਿਹੜੀ ਉਹ ਸਮੋਲ ਰਹਿੰਦੀ ਹੈ। ਸਿਰਫ ਜਦੋਂ ਧਾਰਮਿਕ ਕਿਤਾਬਾਂ ਨੇ ਉਦੋਂ ਆਪਾਂ B ਵੱਡੀ ਕਰ ਸਕਦੇ ਹਾਂ। ਤਾਂ ਆਪਾਂ ਨੂੰ ਇਸ ਸੈਂਟੈਂਸ ਦੇ ਵਿੱਚ ਜਿਹੜਾ ਬੇਸਿਕ ਸੈਂਟੈਂਸ ਹੈ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਕਿਤਾਬ ਦੀ ਗੱਲ ਹੋ ਰਹੀ ਆ, ਤਾਂ ਆਪਾਂ ਇਹ ਮੰਨ ਕੇ ਚੱਲਣਾ ਕਿ ਕਿਸੇ ਆਮ ਕਿਤਾਬ ਦੀ ਹੀ ਗੱਲ ਹੋ ਰਹੀ ਹੈ, ਤਾਂ ਆਪਾਂ B ਸਮੋਲ ਰੱਖਣਾ ਹੈ। ਤਾਂ ਇਸ ਤੋਂ ਬਾਅਦ ਕੀ ਆ, ਇਸ ਤੋਂ ਬਾਅਦ ਆ ਗਿਆ ਹੈ ਕੌਮਾ, ਫਿਰ ਆਇਆ ਇਨਵਰਟਡ ਕੌਮਾ ਬੰਦ ਹੋਣ ਵਾਲਾ। ਤਾਂ ਇਹ ਵੀ ਇੱਕ ਬ੍ਰਿਟਿਸ਼ ਇੰਗਲਿਸ਼ ਦਾ ਰੂਲ ਹੈ ਕਿ ਜਦੋਂ ਆਪਾਂ ਇਨਵਰਟਡ ਸਪੀਚ ਹੈ ਜਿਹੜੀ ਉਹ ਬੰਦ ਕਰਨੀ ਹੈ ਤਾਂ ਪਹਿਲਾਂ ਕੌਮਾ ਆਊਗਾ, ਜੇ ਫੁੱਲ ਸਟਾਪ ਦੀ ਲੋੜ ਹੈ ਤਾਂ ਪਹਿਲਾਂ ਫੁੱਲ ਸਟਾਪ ਆਊਗਾ, ਉਸ ਤੋਂ ਬਾਅਦ ਹੀ ਜਿਹੜੇ ਕੌਮੇ ਆ ਇਨਵਰਟਡ ਕੌਮੇ ਬੰਦ ਹੋਣਗੇ। ਤਾਂ ਇਹ ਸਹੀ ਹੋ ਗਿਆ ਜੀ। ਇਸ ਤੋਂ ਬਾਅਦ ਹੈ ਸੈਡ ਆਈ। ਅਤੇ ਹੁਣ ਸੈਡ ਅਤੇ ਆਈ ਨੂੰ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਉਹ ਪੰਕਚੁਏਸ਼ਨ ਉਹਨਾਂ ਦੀ ਸਹੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸੇ ਨਾਮ ਤੋਂ ਬਿਨਾਂ ਆਪਾਂ ਕਿਸੇ ਚੀਜ਼ ਨੂੰ ਕੈਪੀਟਲਾਈਜ਼ ਨਹੀਂ ਕਰਦੇ ਜਦੋਂ ਉਹ ਪਹਿਲਾ ਅੱਖਰ ਨਹੀਂ ਹੁੰਦਾ। ਤਾਂ ਸੈਡ ਇੱਥੇ ਪਹਿਲਾ ਅੱਖਰ ਨਹੀਂ ਹੈ ਕਿਉਂਕਿ ਇਹ ਤਾਂ ਇੱਕ ਸੈਂਟੈਂਸ ਦੇ ਆਖਰੀ ਅੱਖਰਾਂ 'ਚੋਂ ਹੈ, ਤਾਂ ਸੈਡ ਦੀ ਐਸ ਛੋਟੀ ਆਉਣੀ ਹੈ। ਠੀਕ ਹੈ ਜੀ, ਉਹ ਵੱਡੀ ਨਹੀਂ ਆ ਸਕਦੀ ਜਿਵੇਂ ਕਿ ਇੱਥੇ ਦਿੱਤਾ ਹੋਇਆ, ਇਹ ਨਹੀਂ ਹੋ ਸਕਦਾ, ਇਹ ਗਲਤ ਹੈ। ਅਤੇ ਆਈ ਜਿਵੇਂ ਆਪਾਂ ਪਹਿਲਾਂ ਇੱਥੇ ਗੱਲ ਕੀਤੀ ਹੈ ਕਿ ਆਈ ਹਮੇਸ਼ਾ ਜਦੋਂ ਮੈਂ ਦੀ ਗੱਲ ਹੁੰਦੀ ਆ ਤਾਂ ਆਈ ਹਮੇਸ਼ਾ ਕੈਪੀਟਲ ਆਉਂਦੀ ਆ, ਤਾਂ ਇਹ ਕੈਪੀਟਲ ਸਿਰਫ ਸੀ ਦੇ ਵਿੱਚ ਹੈ। ਵੈਸੇ ਤਾਂ ਆਪਾਂ ਜਿਹੜਾ ਆਨਸਰ ਆ ਉਹ ਪਹਿਲਾਂ ਹੀ ਕੱਢ ਚੁੱਕੇ ਹਾਂ ਕਿ ਸੀ ਸਹੀ ਹੈ। ਤਾਂ ਸੀ ਕਿੱਥੋਂ ਕਿੱਥੋਂ ਸਹੀ ਸੀਗਾ, ਪਹਿਲਾਂ ਇਨਵਰਟਡ ਕੌਮੇ ਸ਼ੁਰੂ ਹੋਏ, ਫਿਰ ਜਿਹੜਾ ਪਹਿਲਾ ਅੱਖਰ ਹੈ ਉਹਨੂੰ ਕੈਪੀਟਲਾਈਜ਼ ਕੀਤਾ ਗਿਆ, ਫਿਰ ਜਦੋਂ ਫਰੇਜ਼ ਖਤਮ ਹੁੰਦਾ ਉੱਥੇ ਕੌਮਾ ਲਾਇਆ ਗਿਆ ਕਿਉਂਕਿ ਆਪਾਂ ਸਿੰਟੈਕਸ ਚੇਂਜ ਕੀਤਾ ਸੀ। ਫਿਰ ਆਪਾਂ ਦੇਖਿਆ ਕਿ ਆਈ ਸਹੀ ਫਾਰਮ 'ਚ ਹੈ, ਯਾਨੀ ਕਿ ਕੈਪੀਟਲ ਵੀ ਕੀਤਾ ਹੋਇਆ। ਉਸ ਤੋਂ ਮਗਰੋਂ ਆਪਾਂ ਵੇਖਿਆ ਕਿ ਬੁੱਕ ਦੀ ਜਿਹੜੀ ਬੀ ਆ ਉਹ ਛੋਟੀ ਹੈ, ਇਹ ਛੋਟੀ ਹੋਣੀ ਚਾਹੀਦੀ ਹੈ ਜਦੋਂ ਤੱਕ ਕਿਸੇ ਧਾਰਮਿਕ ਕਿਤਾਬ ਦੀ ਗੱਲ ਨਾ ਕੀਤੀ ਜਾਂਦੀ ਹੋਵੇ। ਉਸ ਤੋਂ ਮਗਰੋਂ ਆਪਾਂ ਵੇਖਿਆ ਕਿ ਕੌਮਾ ਆਇਆ ਇਨਵਰਟਡ ਕੌਮੇ ਬੰਦ ਹੋਣ ਤੋਂ ਪਹਿਲਾਂ। ਫਿਰ ਆਪਾਂ ਵੇਖਿਆ ਕਿ ਸੈਡ ਦੀ ਐਸ ਹੈ ਜਿਹੜੀ ਉਹ ਸਹੀ ਫਾਰਮ 'ਚ ਹੈ, ਯਾਨੀ ਕਿ ਸਮੋਲ ਹੈ। ਫਿਰ ਆਪਾਂ ਵੇਖਿਆ ਕਿ ਆਈ ਹੈ ਜਿਹੜੀ ਉਹ ਕੈਪੀਟਲ ਹੈ, ਅਤੇ ਉਸ ਤੋਂ ਮਗਰੋਂ ਜਦੋਂ ਸੈਂਟੈਂਸ ਖਤਮ ਹੋ ਗਿਆ ਤਾਂ ਫੁੱਲ ਸਟਾਪ ਪਾਇਆ ਹੋਇਆ, ਇਹ ਆਈ ਤੋਂ ਮਗਰੋਂ ਫੁੱਲ ਸਟਾਪ ਪਾਇਆ ਹੋਇਆ। ਤਾਂ ਇੱਥੇ ਮੈਂ ਇੱਕ ਇਹ ਗੱਲ ਵੀ ਦੱਸਣਾ ਚਾਹੁੰਦਾ ਹੈ ਕਿ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਹੁੰਦੇ ਹੈ, ਜਿਵੇਂ ਅਸੀਂ ਪੇਪਰ ਚੈੱਕ ਕਰਦੇ ਹਾਂ ਤਾਂ ਉਹਨਾਂ ਨੂੰ ਇੱਕ ਆਦਤ ਹੁੰਦੀ ਹੈ, ਉਹ ਕੋਈ ਵੀ ਜਦੋਂ ਸੈਂਟੈਂਸ ਲਿਖਦੇ ਆ ਉਹਦੇ ਵਿਚਾਲੇ ਵੀ ਫੁੱਲ ਸਟਾਪ ਜੇ ਪਾਈ ਜਾਂਦੇ ਆ। ਪਤਾ ਨਹੀਂ ਉਹਨਾਂ ਨੂੰ ਇਹ ਸੋਹਣੇ ਲੱਗਦੇ ਹੁੰਦੇ ਆ, ਪਤਾ ਨਹੀਂ ਇਹ ਉਹਨਾਂ ਦੇ ਦਿਮਾਗ 'ਚ ਗਲਤ ਫਾਰਮ ਹੋਇਆ ਹੁੰਦਾ। ਤਾਂ ਉਹ ਜਿਵੇਂ ਕੋਈ ਬੰਦਾ ਲਿਖ ਰਿਹਾ ਤਾਂ ਮੇਰੇ ਵੇਖਣ 'ਚ ਜਿਵੇਂ ਆਇਆ, ਇੱਥੇ ਫੁੱਲ ਸਟਾਪ ਪਾਤਾ, ਇੱਥੇ ਪਾਤਾ, ਇੱਥੇ ਹੈ ਨਾ। ਇਸ ਤਰ੍ਹਾਂ ਇੱਕ ਸੈਂਟੈਂਸ ਦੇ ਵਿੱਚ 4-5 ਉਹ ਫੁੱਲ ਸਟਾਪ ਪਾ ਦਿੰਦੇ ਆ ਜਿਹੜੇ ਕਿ ਸਰਾਸਰ ਗਲਤ ਹੈ, ਜਿਸ ਦੇ ਨਾਲ ਤੁਹਾਡੇ ਪੇਪਰ ਦੇ ਵਿੱਚੋਂ ਨੰਬਰ ਕੱਟੇ ਜਾਣ ਦੇ ਪੂਰੇ ਚਾਂਸ ਹੋ ਜਾਂਦੇ ਆ, ਤੁਹਾਡਾ ਕੋਈ ਸੈਂਟੈਂਸ ਪੂਰਾ ਨਹੀਂ ਗਿਣਿਆ ਜਾਊਗਾ।
अपना सैकेंड सेंटेंस है ही इज़ एन इंडियन शी अ डच। तो ये एक सिंपल जिहा ही सेंटेंस है, ये ज़्यादा पंक्चुएशन की लोड़ नहीं, जिमें कि तुसी ABCD दे विच वेख रहे हो कि सिर्फ कॉमा सैमीकोलन ਜਾਂ फिर ये कैपिटलाइजेशन है जी इंडियन या डच की ਜਾਂ ही दी यही देखनी है। तो कैपिटलाइजेशन जानी कि किसी भी शब्द का पहला अखर वड्डा करना, यदा की रूल होंदा है जिमें मैं पहला थोड़ा जिहा दस चुकिया तुहानूं। जदों कोई सेंटेंस शुरू होंदा है तो सब तो पहला जिहड़ा अखर है वो कैपिटलाइज होंदा है, जिमें ही दे विच H कैपिटलाइज होंदा है। इत्थे सारे ऑप्शनां दे विच ही दी H वड्डी है। इस तो मगरों कैपिटलाइजेशन की शर्त ये होंदी है भी कोई जे नाम है, किसी भी परसन का नाम, किसी भी जगह का नाम, किसी भी चीज़ का नाम, तो ਉਹਦਾ पहला जिहड़ा अखर है शब्द का वो भी कैपिटलाइज होना है। जिवें इंडिया च आपां आई वड्डी करते हैं तो इंडियन दे विच आई वड्डी होनी है। इस तरीके दे नाल डच का मतलब होंदा है वो परसन जो नीदरलैंड का निवासी है। नीदरलैंड के निवासी नूं डच कहते हैं, जिवें इंडिया के निवासी नूं इंडियन कहने आ, उवें नीदरलैंड के निवासी नूं डच कहा जाता है। तो हुण जे इंडियन की आई वड्डी होंदी है तो डच की डी भी वड्डी होनी चाहिए है। तो बाकी रह गई गल कौमे की। तो कौमे का रूल इत्थे सिर्फ यही है कि तुसीं जे इहनूं ध्यान नाल पढ़ोगे तो तुहानूं ये एक तरीके दे नाल दो सेंटेंस लगणगे। जिवें ही इज़ एन इंडियन, ये आपदे आप च एक कंप्लीट सेंटेंस लगता है। शी अ डच, ये एक सेंटेंस वर्गा लगता है पर कंप्लीट भावें ये नहीं है। तो ये दोने जे आपां अलग अलग तौर पर देखते हैं तो इन्हों डिवाइड करने वास्ते आपां इत्थे कौमा ला सकते हैं। ठीक है, जे शी इज़ अ डच होंदा, शी अ डच लिखिया, शी इज़ अ डच नहीं लिखिया, इतने ध्यान नाल देखने की लोड़ है। तो आपां विचाले फुल स्टॉप भी पा सकते सी। वैसे जिहड़ियां ऑप्शनां दित्तियां सारियां च इन्होंने आपदे कोलों इज़ लाया होया है, ये गलत है। आपां कोई वर्ड नहीं यूज़ कर सकते पंक्चुएशन दे विच, सिर्फ सिंबल ही यूज़ कर सकते हैं। तो आपां एक बारी इन्हां नूं इग्नोर करके ही चलना है इज़ नूं। तो मेरे कहने का मतलब ये सी भी ही इज़ एन इंडियन एक सेंटेंस जिहा बन रहा है, तो शी अ डच एक सेंटेंस वर्गा बन रहा है। तो ये दोनों को डिवाइड करने वास्ते आपां विचाले कौमा लगा देना है। तो हुण वो तुसीं देख लो भी किहड़े सेंटेंस दे विच कौमा हैगा। इस दे विच कौमा है नहीं, इहदे विच हैगा, इहदे विच सैमीकोलन है, इहदे विच फिर कौमा है नहीं। तो इस तरीके दे नाल जिहड़े सेंटेंस दे विच कौमा जानी कि बी वो सही हो गया। तो आपां बाकी दे रूल भी वेख लैने आ, जिवें इहदी H तो चलो सारिਆਂ 'ਚ ही वड्डी सी ही दी, तो इंडियन की आई वड्डी है, तो डच की डी भी वड्डी है, तो लास्ट ते इन्होंने फुल स्टॉप पाया है। तो यह जिहड़ा बी ऑप्शन है वो बिल्कुल सही है। नैक्सट चलते हैं आपां जी अपने थर्ड सेंटेंस ते। थर्ड सेंटेंस की है जी, अमित गॉट अ नाइफ फ्रॉम दिल्ली। ये भी अपने सैकेंड सेंटेंस वांगू सिंपल है, जां ये कह सकते हैं सैकेंड सेंटेंस तो भी ज़्यादा सिंपल है। ये आपां देखना ही सिर्फ कैपिटलाइजेशन है, क्योंकि यह सेंटेंस ही सिर्फ एक बन रहा है, अमित गॉट अ नाइफ फ्रॉम दिल्ली। ये एक सेंटेंस है, ये मतलब कोई एक्सट्रा फ्रेज जिमें उपरले सेंटेंस दे विच शी अ डच सीगा उस तरीके का कुछ नहीं है। तो जे आपां थर्ड सेंटेंस दे विच कैपिटलाइजेशन की गल करिए तो
की हो सकती है अमित। अमित आप सब जानते हैं कि अमित एक नाम है तो उसकी ए वड्डी आनी है। उस तो मगरों गॉट वर्ब हो गया, हो गया नाइफ फ्रॉम दिल्ली। दिल्ली दी दिल्ली क्योंकि दिल्ली भी एक जगह का नाम है, दिल्ली दी डी वड्डी आ जानी है तो लास्ट ते फुल स्टॉप आ जाना गा। तो ये सिर्फ ये 3 चीज़ां करने वाली हैगियां। तो वो वेख लो किहड़े सेंटेंस किहड़ी ऑप्शन दे विच पूरियां हो रही हैं। ये 3 चीज़ां यानी कि अमित दी ए पूरी, दिल्ली दी डी ते लास्ट फुल स्टॉप। मेरे हिसाब के नाल पहले च ही हो रही है। दूसरे च अमित गलत लिखा होया है तो तीसरा देख लेने आप। तीसरे दे विच दिल्ली गलत लिखी हुई है, चौथे च भी दिल्ली गलत लिखी हुई है, चौथे च तो नाइफ की के भी वड्डी दी हुई है जिहड़ी कि गलत है। इस तरीके दे नाल तीजे क्वेश्चन की जिहड़ी ऑप्शन हैगी वो अपनी सही आउंदी है, जिहड़ी वो है ए ऑप्शन अमित दी ए वड्डी, दिल्ली दी डी वड्डी ते लास्ट ते फुल स्टॉप। अगे चलते हैं जी अपना 4th क्वेश्चन। 4th दा सेंटेंस की बनता है आई नो यू कांट सपोर्ट मी आई सैड। जे तुहानूं याद होवे तां इह जिहड़ा आई सैड वाला आई सैड वाला सेंटेंस है ये पहले सेंटेंस वर्गा दिखता है, जिमें इन 2 आवर्स आई फिनिश द बुक सैड आई। लगभग वही जी है आई नो यू कांट सपोर्ट मी आई सैड। तो इस भी इनवर्टेड कॉमे आने चाहिए क्योंकि यह किसी दे डायलॉग की गल हो रही है, किसी का मतलब आई सैड का डायलॉग। वैसे तो तुसी जे ये तुहानूं रूल याद ही आ तो तुसी सीधे ऑप्शन चूज़ कर सकते हो भी ये बी ऑप्शन है, सिर्फ बी दे विच ही इनवर्टेड कॉमे लगे हुए आ, होर 3 ऑप्शनों किते भी इनवर्टेड कॉमे नहीं लगे। फिर भी आपको ये पता होना चाहिए रूल, तो आप कली कली चीज़ थोड़ी जी डिटेल च करते हैं दोबारा तो ये की होना चाहिए है क्योंकि यह आई सैड वाला सेंटेंस है तो अगे कॉमे लगने चाहिए हैं, जिहड़े कि कॉमे बंद होणगे इत्थे। पहला वर्ड कैपिटलाइज करना है यानी कि आई वड्डी करनी है जी आप। उस तो बाद हैगा कांट। हुण कांट नूं आपां लिखण वास्ते क्योंकि कांट है जिहड़ा ओह कैन नॉट दी शॉर्ट फॉर्म है, तो कांट नूं आपां शॉर्ट करके कैन अपोस्ट्रोफी, इनू अपोस्ट्रोफी कहने आपां, कैन अपोस्ट्रोफी टी। अपोस्ट्रोफी मतलब जिहड़ा उपर आपां सिंगल कॉमा लाने हुंदे आ उहनूं आपां अपोस्ट्रोफी कहने आ। तो कैंट एवें बनता है जिमें कि तुसीं वेख्या होना है डू नॉट नूं आपां पाउने आगे डोंट DON अपोस्ट्रोफी टी। इस तरीके दे नाल होर भी शब्द हैगे आ जिहड़े अपोस्ट्रोफी दे नाल शॉर्ट हुंदे आ। तां कांट दे विच अपोस्ट्रोफी आउणा जरूरी है। ये अपोस्ट्रोफी ये दोनों सेंटेंसिस दे विच है। इस तो बाद की होना चाहिए क्योंकि आप इत्थे कॉमे खत्म किए मी ते तो मी तो पहला छोटा कॉमा आऊगा नीचे वाला तो उपर कॉमे बंद होणगे। फिर आई है जिहड़ी आई नूं कैपिटलाइज करना। आई जो मैं बारे दस रही है तो हमेशा वो कैपिटल ही हुंदी है तो आई सैड तो बाद लास्ट ते फुल स्टॉप। तो ये जिहड़ियां सारियां शर्तां ने ये सिर्फ बी पूरा कर रहा है। तो इस तरह चौथे अपने मल्टीपल चॉइस क्वेश्चन का जिहड़ा आंसर है वो बनिया बी। इस तो बाद आपां अगे चलते हैं
पंजवें क्वेश्चन ते हुण पंजवां क्वेश्चन है तो सिंपल पर थोड़ा जिहा ट्रिकी है। माई फादर इज़ LLB। ये एक सिंपल सेंटेंस है देखने दे विच, पर इहदे विच एक नवीं चीज़ आ गई LLB। हुण LLB जिवें कि तुसीं जाणदे हो कि एक डिग्री है, पढ़ाई की डिग्री है, तो उसनूं लिखण दा तरीका एक स्पैसिफिक तरीका हुंदा है। वो तुहानूं याद होना चाहिए। ये वास्ते कोई खास रूल तो नहीं आप कह सकते। जिमें LLB है, LLB नूं आपां सही तरीके नाल पाउने L.L.B, जिमें कि इन्होंने D ऑप्शन दे विच पाया होया है। जे इस दी जगह ते कोई होर डिग्री हुंदी जिमें MBBS हुंदी तां MBBS नूं आपां पा दिंदे M.B.B.S. पर इहदा मतलब ये नहीं हैगा कि जदों आपां कोई भी डिग्री लिखदे आ तां उहदे कल्ले कल्ले अखर दे बाद ही डॉट पैंदा है। जिवें कि तुसीं देखिआ होना जिहड़ी B.Ed है, B.Ed B.E.D छोटी डॉट। हुण E ते D दे विचाले इन्हां ने डॉट नहीं पाया क्योंकि B.Ed का मतलब हुंदा है B मतलब बैचलर, ED मतलब एजुकेशन। एवें ही तुसीं वेखिआ होना गा BSc, इहदे विच भी 2 डॉट ही है जो कि अखर 3 ने। इसदा मतलब हो गया बैचलर ऑफ साइंस। इस तरीके दे नाल PhD, PH तो मगरों डॉट ते D तो बाद डॉट, डॉक्टर ऑफ फिलोसफी। ये तुसीं देखिआ भी P ते H दे विचाले डॉट नहीं है। तो यह जिहड़ियां डिग्रियां यह तुहानूं याद करनियां पैणगियां, कोई बहुता औखा काम नहीं है। एक अद्धी बार नज़र मार के इन्हां ते ये याद हो जांदियां ने। तो अपना जिहड़ा यह क्वेश्चन है 5th, इहदे च मैं जिवें तुहानूं दस्सिआ भी LLB है इहदी जिहड़ी सही फॉर्म है, इस करके इहदी जिहड़ी ऑप्शन हो गई D सही आंसर हो गया।